ਕਿਸ਼ਤ 61ਵੀਂ। ਮੈਨੂੰ ਪਤਾ ਸੀ ਕਿ ਸਕੂਲ ਵਿੱਚ ਨਾਲ ਦੇ ਸਾਥੀਆਂ ਨੇ ਮਜ਼ਾਕ ਵੀ ਕਰਨੇ ਹਨ ਤੇ ਚਸਕੇ ਲੈ ਲੈ ਕੇ ਗੱਲਾਂ ਵੀ। ਜੇਕਰ ਕੁਝ ਹੱਥ ਪੱਲੇ ਪਿਆ ਹੁੰਦਾ ਤਾਂ ਮੈਂ ਉਹਨਾਂ ਦੀ ਇੱਕ ਵੀ ਨਹੀਂ ਸੀ ਚੱਲਣ ਦੇਣੀ, ਪਰ ਹੁਣ ਮੇਰੇ ਹੱਥ ਵੀ ਕੀ ਸੀ? ਕੁਝ ਵੀ ਨਹੀਂ। ਨਾ ਤਾਂ ਮੇਰਾ ਕੰਮ ਰੋਕਣ ਵਾਲੇ ਪੁਲਿਸ ਵਾਲਿਆਂ 'ਤੇ ਕੋਈ ਕਾਰਵਾਈ ਹੋਈ ਸੀ ਤੇ ਨਾ ਹੀ ਢਾਹ ਢਵਾਈ ਕਰਨ ਵਾਲਾ ਕੋਈ ਬੰਦਾ ਹੀ ਪੁਲਿਸ ਨੇ ਕਾਬੂ ਕੀਤਾ ਸੀ। ਉੱਤੋਂ ਮੇਰੇ ਸਿਰ 'ਤੇ ਅਦਾਲਤ ਵਾਲਾ ਕੇਸ ਜ਼ਰੂਰ ਪੈ ਗਿਆ ਸੀ। ਉਹ ਰਾਤ ਵੀ ਮੈਂ ਜਾਗ ਕੇ ਹੀ ਲੰਘਾਈ ਸੀ। ਸਵੇਰ ਵੇਲੇ ਮਸਾਂ ਘੰਟਾ ਕੁ ਅੱਖ ਲੱਗੀ ਸੀ, ਉਦੋਂ ਨੂੰ ਪਤਨੀ ਨੇ ਉਠਾ ਦਿੱਤਾ। ਉੱਠੋ ਉੱਠੋ, ਸਕੂਲ ਨਹੀਂ ਜਾਣਾ? ਅੱਜ ਪਹਿਲਾ ਦਿਨ ਆ। ਸੁਣਿਆ ਅੱਜ ਛਾਪੇ ਵੀ ਪੈਣੇ ਆ। ਸਪੈਸ਼ਲ ਟੀਮਾਂ ਬਣਾਈਆਂ ਹੋਈਆਂ ਸਰਕਾਰ ਨੇ। ਮੈਨੂੰ ਸਵੇਰੇ ਸਵੇਰੇ ਹੀ ਮਹੀਨਾ ਭਰ ਮੇਰੀ ਸਰਕਾਰੀ ਦਫ਼ਤਰਾਂ ਤੇ ਥਾਣਿਆਂ ਵਿੱਚ ਹੋਈ ਦੁਰਗਤੀ ਯਾਦ ਆ ਗਈ ਸੀ। ਅੱਖਾਂ ਮਲਦੇ ਹੋਏ ਨੇ ਮੈਂ ਨਫ਼ਰਤ ਨਾਲ ਆਖਿਆ ਸੀ, ਜੇ ਕੋਈ 2 ਮਿੰਟ ਲੇਟ ਹੋ ਜੂ ਤਾਂ ਕੀ ਆਫਤ ਆਉਣੀ ਹੁੰਦੀ ਆ? ਇਹਨਾਂ ਨੂੰ ਆਪਣੇ ਅਫਸਰ ਨਹੀਂ ਦਿਖਦੇ ਜਿਹੜੇ ਸਾਰਾ ਸਾਰਾ ਦਿਨ ਦਫ਼ਤਰਾਂ 'ਚ ਨਹੀਂ ਵੜਦੇ? ਲੋਕ ਖੱਜਲ ਖੁਆਰ ਹੋ ਕੇ ਮੁੜੀ ਜਾਂਦੇ ਆ। ਇਹ ਨਹੀਂ ਪਤਾ ਲੱਗਦਾ ਸਰਕਾਰ ਨੂੰ? ਤੁਸੀਂ ਛੇਤੀ ਛੇਤੀ ਤਿਆਰ ਹੋਵੋ, ਸਕੂਲ ਚੱਲੀਏ। ਕੱਲ੍ਹ ਨੂੰ ਅਖਬਾਰ ਵਿੱਚ ਖਬਰ ਤਾਂ ਪੱਕੀ ਆਉਣੀ ਆ ਕਿ ਇੰਨੇ ਲੇਟ ਲਤੀਫ ਅਧਿਆਪਕ ਕਾਬੂ। ਕਿਤੇ ਇਹਨਾਂ 'ਚ ਆਪਣਾ ਨਾਂ ਵੀ ਨਾ ਆ ਜਾਵੇ। ਤੁਸੀਂ ਅਧਿਕਾਰੀਆਂ ਦੀ ਗੱਲ ਕਰਦੇ ਹੋ, ਉਹਨਾਂ ਨੇ ਤਾਂ ਮਲਾਈ ਖਵਾਉਣੀ ਹੁੰਦੀ ਆ ਸਰਕਾਰਾਂ ਨੂੰ। ਉਹਨਾਂ ਨੂੰ ਕੀ ਆਖਣਾ ਹੁੰਦਾ? ਤੁਸੀਂ ਆਪਣਾ ਬਚਾਅ ਕਰੋ ਬਸ। ਅਮਤਾ ਨੇ ਆਪਣੀ ਗੱਲ ਕਾਹਲੀ ਕਾਹਲੀ ਪੂਰੀ ਕੀਤੀ ਸੀ। ਪੁੱਤ, ਅੱਗੇ ਹੀ ਦਿਨ ਮਾੜੇ ਚੱਲੀ ਜਾਂਦੇ ਆ, ਤੁਸੀਂ ਆਪਦਾ ਵੇਲੇ ਸਿਰ ਜਾਓ। ਮੇਰੀ ਮਾਂ ਨੇ ਰੋਟੀ ਤਵੇ ਉੱਤੇ ਪਾਉਂਦਿਆਂ ਅਮਤਾ ਦੀ ਤੁੱਕ ਨਾਲ ਤੁੱਕ ਜੋੜ ਕੇ ਇੱਕ ਪ੍ਰਕਾਰ ਦਾ ਹੁਕਮ ਦੇ ਦਿੱਤਾ ਸੀ। ਸ਼ਾਇਦ ਹੁਣ ਮੇਰੀ ਮਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਸਰਕਾਰਾਂ ਆਪਣੇ ਵੱਲੋਂ ਕੀਤੇ ਜਾ ਰਹੇ ਗਲਤ ਮਲਤ ਕੰਮਾਂ ਵੱਲੋਂ ਧਿਆਨ ਹਟਾਉਣ ਦੀ ਖਾਤਰ ਇਹੋ ਜਿਹੇ ਅਡੰਬਰ ਰਚਾਉਂਦੀਆਂ ਰਹਿੰਦੀਆਂ ਹਨ। ਕਿਸ਼ਤ 62ਵੀਂ। ਮੈਂ ਸਕੂਲ ਜਾ ਹਾਜ਼ਰੀ ਲਾਉਣ ਲਈ ਦਫ਼ਤਰ ਵਿੱਚ ਵੜਿਆ ਹੀ ਸਾਂ ਕਿ ਕਲਰਕ ਪਰਮਿੰਦਰ ਖਹਿਰਾ ਨੇ ਮੇਰੇ ਚਿਹਰੇ ਵੱਲ ਗੌਰ ਨਾਲ ਵੇਖਿਆ ਤੇ ਉਸ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, ਓਏ ਆ ਵੇਖੋ ਓਏ, ਸਕੂਲ ਵਿੱਚ ਕੈਦੀ ਕਿੱਥੋਂ ਆ ਗਿਆ? ਫਿਰ ਮੇਰੀ ਹਾਲਤ ਵੇਖ ਕੇ ਉੱਚੀ ਉੱਚੀ ਹੱਸਣ ਲੱਗ ਪਿਆ। ਜਿਹੜਾ ਵੀ ਦਫ਼ਤਰ ਵਿੱਚ ਆਵੇ ਸਭ ਨੂੰ ਹੱਸ ਹੱਸ ਕੇ ਆਖੀ ਜਾਵੇ, ਓਏ ਆ ਜਾਓ ਆ ਜਾਓ, ਮੈਂ ਤੁਹਾਨੂੰ ਤਿਹਾੜ ਜੇਲ੍ਹ 'ਚੋਂ ਭੱਜੇ ਹੋਏ ਕੈਦੀ ਨਾਲ ਮਿਲਾਉਣਾ, ਆ ਜਾਓ। ਮੈਂ ਮਹੀਨੇ ਦੇ ਬਕਾਇਆ ਪਏ ਹੋਏ ਕੰਮਾਂ ਨੂੰ ਸ਼ੁਰੂ ਕਰਨ ਲਈ ਆਪਣੀ ਅਲਮਾਰੀ ਖੋਲ੍ਹਣ ਹੀ ਲੱਗਾ ਸਾਂ ਕਿ 3-4 ਸਾਥੀ ਮੇਰੇ ਕੋਲ ਆ ਗਏ ਅਤੇ ਮੇਰੀ ਤਰਸ ਭਰੀ ਹਾਲਤ 'ਤੇ ਅਫਸੋਸ ਕਰਨ ਲੱਗ ਪਏ। ਮੈਂ ਪ੍ਰਾਰਥਨਾ ਸਭਾ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਦਫ਼ਤਰ ਵਿੱਚ ਗਿਆ ਅਤੇ ਸ਼ੀਸ਼ੇ ਵਿੱਚ ਆਪਣੀ ਸੂਰਤ ਨੂੰ ਧਿਆਨ ਨਾਲ ਵੇਖਿਆ ਤੇ ਫਿਰ ਸਾਹਮਣੀ ਕੰਧ ਉੱਤੇ 3-4 ਮਹੀਨੇ ਪਹਿਲਾਂ ਖਿੱਚੀ ਗਈ ਵਿਦਿਆਰਥੀਆਂ ਦੀ ਗਰੁੱਪ ਫੋਟੋ ਵਿੱਚ ਆਪਣੀ ਤਸਵੀਰ ਨੂੰ ਵੀ ਗੌਰ ਨਾਲ ਵਾਚਿਆ। ਵਾਕਿਆ ਹੀ ਮੇਰੇ ਚਿਹਰੇ ਉੱਤੇ ਬਹੁਤ ਸਾਰੀ ਤਬਦੀਲੀ ਆ ਚੁੱਕੀ ਸੀ। ਮੈਂ ਚੁੱਪਚਾਪ ਜਾ ਕੇ ਪ੍ਰਾਰਥਨਾ ਸਭਾ ਵਿੱਚ ਆਪਣੀ ਜਮਾਤ ਵਾਲੀ ਕਤਾਰ ਦੇ ਅੱਗੇ ਖੜਾ ਹੋ ਗਿਆ। ਸ਼ਬਦ ਅਤੇ ਰਾਸ਼ਟਰੀ ਗੀਤ ਗਾਏ ਜਾ ਚੁੱਕੇ ਸਨ। ਇਸ ਉਪਰੰਤ ਵਿਦਿਆਰਥੀਆਂ ਦੀ ਹਾਜ਼ਰੀ ਲਾ ਕੇ ਮਨੀਟਰ ਗੈਰ ਹਾਜ਼ਰ ਵਿਦਿਆਰਥੀਆਂ ਦੇ ਰੋਲ ਨੰਬਰਾਂ ਵਾਲੀ ਪਰਚੀ ਲੈ ਕੇ ਮੈਨੂੰ ਨੋਟ ਕਰਵਾਉਣ ਲਈ ਆ ਗਿਆ। ਜਦ ਮੈਂ ਰਜਿਸਟਰ ਖੋਲ੍ਹ ਕੇ ਹਾਜ਼ਰੀ ਭਰਨ ਲੱਗਾ ਤਾਂ ਮੇਰੇ ਹੱਥ ਬੁਰੀ ਤਰ੍ਹਾਂ ਕੰਬਣ ਲੱਗ ਪਏ। ਪੈਨ ਫੜਿਆ ਹੀ ਨਹੀਂ ਸੀ ਜਾ ਰਿਹਾ ਤੇ ਮੈਂ ਰਜਿਸਟਰ ਵੀ ਡਿੱਗਦਾ ਡਿੱਗਦਾ ਮਸਾਂ ਹੀ ਸੰਭਾਲਿਆ। ਮਨੀਟਰ ਨੇ ਸੁਭਾਵਿਕ ਹੀ ਪੁੱਛਿਆ, ਸਰ ਕੀ ਗੱਲ ਹੋ ਗਈ ਜੀ? ਬਿਮਾਰ ਹੋ? ਠੀਕ ਨਹੀਂ ਲੱਗਦੇ। ਹਾਂ ਪੁੱਤ, ਕਈ ਦਿਨ ਹੋ ਗਏ ਬੁਖਾਰ ਚੜ੍ਹਦੇ ਨੂੰ, ਬਸ ਕਮਜ਼ੋਰੀ ਜਿਹੀ ਆ ਗਈ ਆ ਜਰਾ ਕੁ। ਆਹ ਰਜਿਸਟਰ ਲੈ ਕੇ ਚੱਲ ਜਮਾਤ 'ਚ, ਉੱਥੇ ਹੀ ਹਾਜ਼ਰੀ ਲਾਉਂਦੇ ਆ। ਮੈਂ ਉਸ ਨੂੰ ਰਜਿਸਟਰ ਫੜਾਉਂਦਿਆਂ ਨਾ ਚਾਹੁੰਦਿਆਂ ਵੀ ਝੂਠ ਬੋਲ ਦਿੱਤਾ ਸੀ। ਪ੍ਰਾਰਥਨਾ ਉਪਰੰਤ ਮੁੜਦੇ ਹੋਏ ਸਾਰੇ ਸਾਥੀ ਅਧਿਆਪਕ
ਉੱਚੀ ਉੱਚੀ ਗੱਲਾਂ ਕਰਦੇ ਹੌਲੀ ਹੌਲੀ ਤੁਰੇ ਜਾ ਰਹੇ ਸਨ। ਮਹੀਨੇ ਬਾਅਦ ਮਿਲੇ ਹੋਣ ਕਾਰਨ ਸਭ ਇੱਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਸਨ। ਅੰਤ ਵਿੱਚ ਗੱਲ ਮੇਰੇ ਵਾਲੇ ਮਸਲੇ 'ਤੇ ਆ ਕੇ ਰੁਕ ਗਈ। ਮੈਨੂੰ ਇਹ ਤਾਂ ਪਤਾ ਲੱਗ ਚੁੱਕਾ ਸੀ ਕਿ ਪੁਲਿਸ ਵਾਲੇ ਕੋਈ ਵੀ ਕਾਰਵਾਈ ਨਹੀਂ ਕਰਨਗੇ, ਪਰ ਮੈਂ ਆਪਣੇ ਕੇਸ ਨੂੰ ਸਾਥੀਆਂ ਵਿੱਚ ਮਜ਼ਬੂਤ ਵਿਖਾਉਣ ਲਈ ਦੱਸਿਆ, ਉਹ ਕੋਈ ਨਹੀਂ, ਮੇਰੀ ਵੀ ਉਪ ਮੁੱਖ ਮੰਤਰੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੋਈ ਆ, ਹੁਣ ਭੱਜੇ ਫਿਰਦੇ ਨੇ, ਆਪਣਾ ਕੀ ਜਾਂਦਾ, ਆਪਾਂ ਤਾਂ ਲੈਪਟਾਪ 'ਤੇ ਸ਼ਿਕਾਇਤ ਟਾਈਪ ਕਰਕੇ ਈਮੇਲ ਕਰ ਦਈਦੀ ਆ, ਅਗਲਿਆਂ ਨੂੰ ਭਾਜੜ ਪੈ ਜਾਂਦੀ ਆ। ਮੈਂ ਆਪਣੀਆਂ ਉਂਗਲਾਂ ਵੀ ਟਾਈਪ ਕਰਨ ਵਾਲਿਆਂ ਵਾਂਗ ਕਰਦਿਆਂ ਆਖਿਆ ਸੀ ਤੇ ਉੱਚੀ ਉੱਚੀ ਹੱਸਿਆ ਸੀ। ਸਾਰੇ ਜਣੇ ਚੁੱਪ ਹੀ ਰਹੇ। ਮੇਰੇ ਨਾਲ ਕੋਈ ਵੀ ਨਹੀਂ ਸੀ ਹੱਸਿਆ, ਸਗੋਂ ਸਭ ਦੇ ਚਿਹਰੇ ਗੰਭੀਰ ਹੋ ਗਏ ਸਨ। ਮੈਨੂੰ ਸਮਝ ਲੱਗ ਗਈ ਸੀ ਕਿ ਮੇਰੀ ਚੋਰੀ ਫੜੀ ਗਈ ਹੈ। ਭਾਵੇਂ ਕਿ ਇਸ ਕੇਸ ਵਿੱਚ ਉਹਨਾਂ ਦਾ ਕੋਈ ਵੀ ਸਿੱਧਾ ਸਬੰਧ ਨਹੀਂ ਸੀ, ਪਰ ਟੈਲੀਫੋਨ 'ਤੇ ਸਭ ਇੱਕ ਦੂਜੇ ਨੂੰ ਤੋਂ ਇਸ ਦੀ ਕੰਸੋ ਲੈਂਦੇ ਹੀ ਰਹਿੰਦੇ ਸਨ। ਕਿਸ਼ਤ 63ਵੀਂ। ਜਮਾਤ ਵਿੱਚ ਜਾ ਕੇ ਰਜਿਸਟਰ ਤਾਂ ਮੈਂ ਮੇਜ਼ ਉੱਤੇ ਟਿਕਾ ਲਿਆ ਸੀ, ਪਰ ਹੱਥ ਵਿਚਲਾ ਪੈਨ ਵਾਰ-ਵਾਰ ਥਿੜਕ ਰਿਹਾ ਸੀ। ਮੂਹਰੇ ਬੈਠੇ ਵਿਦਿਆਰਥੀ ਮੇਰੇ ਕੰਬਦੇ ਹੋਏ ਹੱਥਾਂ ਨੂੰ ਬੜੇ ਹੀ ਗੌਰ ਨਾਲ ਵੇਖ ਰਹੇ ਸਨ। ਜਦ ਮੇਰੇ ਕੋਲੋਂ ਪੈਨ ਫੜਿਆ ਹੀ ਨਾ ਗਿਆ ਤਾਂ ਮੈਂ ਮਨੀਟਰ ਕੋਲੋਂ ਹਾਜ਼ਰੀ ਵਾਲੀ ਪਰਚੀ ਫੜ ਕੇ ਰਜਿਸਟਰ ਵਿੱਚ ਰੱਖ ਲਈ। ਮੈਂ ਇਸ ਜਮਾਤ ਦਾ 6ਵੀਂ ਤੋਂ ਇੰਚਾਰਜ ਚੱਲਿਆ ਆ ਰਿਹਾ ਸਾਂ। ਹੁਣ ਇਸ ਜਮਾਤ ਨਾਲ ਵਾਹ ਪਏ ਨੂੰ 7ਵਾਂ ਸਾਲ ਚੱਲ ਰਿਹਾ ਸੀ। ਮੈਂ ਤੇ ਮੇਰੇ ਵਿਦਿਆਰਥੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸਾਂ। 6ਵੀਂ ਵਾਲੇ ਭੋਲੇ ਭਾਲੇ ਛੋਟੇ ਜਿਹੇ ਸ਼ਿਕਾਇਤਾਂ ਲਾਉਂਦੇ ਬੱਚੇ ਹੁਣ 12ਵੀਂ ਜਮਾਤ ਵਿੱਚ ਹੋਏ ਹੋਏ ਗੱਭਰੂ ਹੋ ਚੁੱਕੇ ਸਨ। ਸਕੂਲ ਵਿੱਚ ਲੈਕਚਰਾਰਾਂ ਦੀਆਂ ਬਹੁਤੀਆਂ ਅਸਾਮੀਆਂ ਖਾਲੀ ਹੋਣ ਕਾਰਨ ਸੈਕੰਡਰੀ ਦੀਆਂ ਜਮਾਤਾਂ ਦੀ ਜ਼ਿੰਮੇਵਾਰੀ ਵੀ ਮਾਸਟਰ ਕੇਡਰ ਦੇ ਅਧਿਆਪਕਾਂ ਨੇ ਚੁੱਕੀ ਹੋਈ ਸੀ। ਜਦ ਮੈਂ ਪੜ੍ਹਨ ਲਈ ਕਿਤਾਬਾਂ ਖੋਲ੍ਹਣ ਲਈ ਆਖਿਆ ਤਾਂ ਜਮਾਤ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਫਿਰ ਸਾਊ ਜਿਹਾ ਲੱਗਣ ਵਾਲਾ ਪਰ ਚੰਗੇ ਕੱਦ ਕਾਠ ਵਾਲਾ ਇੱਕ ਜਣਾ ਉੱਠਿਆ ਤੇ ਬੇਝਿਜਕ ਹੋ ਕੇ ਬੋਲਿਆ, ਸਰ, ਪੜ੍ਹਾਈ ਨੂੰ ਛੱਡੋ ਜੀ, ਸਾਨੂੰ ਦੱਸੋ ਤੁਹਾਡੇ ਕੇਸ ਦਾ ਕੀ ਬਣਿਆ। ਸਾਨੂੰ ਸਭ ਨੂੰ ਪਤਾ ਜੀ ਤੁਹਾਡਾ ਝਗੜਾ ਕਾਫੀ ਵੱਧ ਚੁੱਕਾ ਹੈ। ਅਸੀਂ ਸਾਰਾ ਕੁਝ ਪੜ੍ਹਿਆ ਹੋਇਆ ਅਖਬਾਰਾਂ 'ਚ, ਜੇ ਸਾਡੀ ਲੋੜ ਆ ਤਾਂ ਦੱਸੋ, ਅਸੀਂ ਚੁੱਕ ਲਿਆਉਂਦੇ ਹਾਂ ਉਹਨਾਂ ਵੱਡੇ ਗੁੰਡਿਆਂ ਨੂੰ। ਸਾਰੇ ਜਣੇ ਉਸ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕੁਝ ਨਾ ਕੁਝ ਬੋਲ ਰਹੇ ਸਨ। ਇਹ ਸੁਣਦਿਆਂ ਮੇਰਾ ਸੇਰ ਖੂਨ ਵੱਧ ਗਿਆ ਸੀ। ਮੈਨੂੰ ਆਪਣੇ ਵਿਦਿਆਰਥੀਆਂ ਦੁਆਰਾ ਮੇਰਾ ਫਿਕਰ ਕੀਤੇ ਜਾਣ 'ਤੇ ਡਾਢਾ ਮਾਣ ਮਹਿਸੂਸ ਹੋਇਆ ਸੀ। ਮੈਂ ਉਹਨਾਂ ਨੂੰ ਅੱਧ ਪਚੱਧ ਜਿਹੀ ਗੱਲ ਦੱਸ ਦਿੱਤੀ ਤੇ ਨਾਲ ਹੀ ਆਖਿਆ, ਮੈਂ ਤੁਹਾਨੂੰ ਪੜ੍ਹਾਉਂਦਾ ਹੁੰਦਾ ਸੀ ਨਾ, ਜੇ ਤੁਹਾਡੇ ਨਾਲ ਧੱਕਾ ਹੋਵੇ ਤਾਂ ਪਹਿਲਾਂ ਚੌਂਕੀ 'ਚ ਜਾਓ, ਜੇ ਉੱਥੇ ਗੱਲ ਨਹੀਂ ਸੁਣਦੇ ਤਾਂ ਥਾਣੇ ਜਾਓ, SHO ਕੋਲ, ਤੇ ਜੇ ਉਹ ਵੀ ਨਹੀਂ ਸੁਣਦਾ ਤਾਂ DSP ਤੇ ਫਿਰ SP ਤੇ ਫਿਰ SSP ਤੱਕ ਪਹੁੰਚ ਕਰੋ। ਜੇ ਇੱਥੇ ਵੀ ਨਹੀਂ ਸੁਣੀ ਜਾਂਦੀ ਤਾਂ ਅਦਾਲਤ ਵਿੱਚ ਚਲੇ ਜਾਓ, ਪੜ੍ਹਾਇਆ ਸੀ ਨਾ ਤੁਹਾਨੂੰ। ਹਾਂਜੀ, ਉਹ ਸਾਰੇ ਇਕੱਠੇ ਹੀ ਬੋਲੇ ਸਨ। ਫਿਰ ਮੈਂ ਉਹਨਾਂ ਨੂੰ ਪਿਆਰ ਨਾਲ ਆਖਿਆ, ਪੁੱਤ, ਉਹ ਸਾਰੀ ਪੜ੍ਹਾਈ ਗਲਤ ਸੀ, ਕਿਤੇ ਐਵੇਂ ਪੰਗਾ ਨਾ ਲੈ ਲਿਓ। ਜੇ ਕਿਤੇ ਇਸ ਰਾਹ ਪੈ ਗਏ ਤਾਂ ਤੁਹਾਡੇ ਵੀ ਮੇਰੇ ਵਾਂਗੂ ਆਈ ਹੱਥ ਕੰਬਣ ਲੱਗ ਪੈਣੇ ਆ, ਤੇ ਮਹੀਨੇ ਕੁ ਬਾਅਦ ਤੁਹਾਡੇ ਘਰਦਿਆਂ ਨੇ ਵੀ ਤੁਹਾਨੂੰ ਪਛਾਣਨਾ ਨਹੀਂ ਕਿ ਸਾਡੇ ਘਰ ਕੈਦੀ ਕਿੱਥੋਂ ਆ ਗਿਆ। ਇਹ ਕਹਿੰਦੇ ਹੋਏ ਮੈਂ ਨਾ ਚਾਹੁੰਦਿਆਂ ਵੀ ਮਾੜਾ ਜਿਹਾ ਮੁਸਕਰਾ ਪਿਆ ਸਾਂ। ਕਿਸ਼ਤ 64ਵੀਂ। ਇਹ ਗੱਲਾਂ ਦੱਸਣ ਦੇ ਨਾਲ ਨਾਲ ਮੈਂ ਵਿਦਿਆਰਥੀਆਂ ਦੇ ਚਿਹਰੇ ਵੀ ਪੜ੍ਹ ਰਿਹਾ ਸਾਂ। ਉਹਨਾਂ ਨੂੰ ਹੈਰਾਨੀ ਹੋ ਰਹੀ ਸੀ ਕਿ ਸਰ ਤਾਂ ਪਿਛਲੀਆਂ ਜਮਾਤਾਂ ਵਿੱਚ ਸਾਨੂੰ ਅਜਿਹੇ ਸਵਾਲਾਂ ਨੂੰ ਬੜੇ ਹੀ ਪਿਆਰ ਨਾਲ ਸਮਝਾਉਂਦੇ ਹੁੰਦੇ ਸੀ ਤੇ ਅੱਜ ਆਪ ਹੀ ਕਰਵਾਈ ਗਈ ਪੜ੍ਹਾਈ ਨੂੰ ਰੱਦ ਕਰੀ ਜਾ ਰਹੇ ਹਨ। ਜਦ ਮੈਨੂੰ ਲੱਗਾ
ਕਿ ਉਹ ਮੇਰੀਆਂ ਗੱਲਾਂ ਵਿੱਚ ਰੁਚੀ ਲੈ ਰਹੇ ਹਨ ਤਾਂ ਮੈਂ ਹੋਰ ਵਿਸਥਾਰ ਦਿੱਤਾ। ਪੁੱਤ, ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕਰਨੀ ਆ ਕਿ ਤੁਹਾਡਾ ਕਿਸੇ ਨਾਲ ਝਗੜਾ ਹੋਵੇ ਹੀ ਨਾ, ਪਰ ਜੇ ਮਜਬੂਰੀ ਵਸ ਤੁਹਾਡੇ ਗਲ ਲੜਾਈ ਪੈ ਜਾਂਦੀ ਆ ਤਾਂ ਧੀਰਜ ਤੇ ਠਰੰਮੇ ਨਾਲ ਹੀ ਕੋਈ ਕਦਮ ਉਠਾਉਣਾ। ਇੱਕ ਗੱਲ ਪੱਕੀ ਕੰਨ 'ਚ ਪਾ ਲਓ, ਜੇਕਰ ਤੁਹਾਡਾ ਕੋਈ ਝਗੜਾ ਕਿਸੇ ਪੁਲਿਸ ਕਰਮਚਾਰੀ ਨਾਲ ਹੈ ਤਾਂ ਤੁਹਾਡੀ ਸੁਣਵਾਈ ਹੋਣੀ ਮੁਸ਼ਕਲ ਹੀ ਨਹੀਂ, ਅਸੰਭਵ ਵੀ ਹੈ। ਤੁਹਾਨੂੰ ਇਨਸਾਫ ਮਿਲਣ ਦੀ ਬਜਾਏ ਤੁਹਾਡੇ 'ਤੇ ਕੋਈ ਝੂਠਾ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ। ਇਸ ਲਈ ਕਿਤਾਬੀ ਗਿਆਨ ਵੱਲ ਧਿਆਨ ਨਹੀਂ ਦੇਣਾ ਜਿਹੜਾ ਮੈਂ ਤੇ ਦੂਜੇ ਅਧਿਆਪਕ ਦਿੰਦੇ ਰਹੇ ਹਾਂ। ਜਿਹੜੀ ਅੱਜ ਵਾਲੀ ਸਿੱਖਿਆ ਨਾ, ਇਹ ਪੂਰੀ ਤਰ੍ਹਾਂ ਵਿਵਹਾਰਕ ਆ, ਤੁਹਾਡੀ ਜ਼ਿੰਦਗੀ ਵਿੱਚ ਬੜੀ ਕੰਮ ਆਵੇਗੀ। ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੱਲਾਂ ਮੈਂ ਉਹਨਾਂ ਨੂੰ ਦੱਸਦਾ ਰਿਹਾ ਸਾਂ। ਵਿਦਿਆਰਥੀ ਮੇਰੀਆਂ ਗੱਲਾਂ ਪੂਰੇ ਗੌਰ ਨਾਲ ਸੁਣ ਰਹੇ ਸਨ। ਇੰਨੀ ਦੇਰ ਵਿੱਚ ਘੰਟੀ ਵੱਜ ਗਈ ਅਤੇ ਮੈਂ ਜਮਾਤ ਵਿੱਚੋਂ ਬਾਹਰ ਆ ਗਿਆ ਸਾਂ। ਅਗਲੀ ਜਮਾਤ ਦੇ ਕਮਰੇ ਤੱਕ ਜਾਂਦਿਆਂ ਮੈਂ ਸੋਚ ਰਿਹਾ ਸਾਂ ਕਿ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਦਾ ਕਿੰਨਾ ਫਿਕਰ ਹੁੰਦਾ ਹੈ ਕਿ ਉਹ ਉਸ ਲਈ ਲੜਨ ਮਰਨ ਲਈ ਵੀ ਤਿਆਰ ਹੋ ਜਾਂਦੇ ਹਨ। ਇਹ ਆਖਣਾ ਤਾਂ ਬਿਲਕੁਲ ਗਲਤ ਹੈ ਕਿ ਅੱਜ ਕੱਲ੍ਹ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ ਹਨ। ਇਹਨਾਂ ਦਿਨਾਂ ਵਿੱਚ ਮੈਂ ਆਪਣੇ ਸਾਥੀ ਅਧਿਆਪਕਾਂ, ਖਾਸ ਕਰ ਮਾਦਾ ਸਟਾਫ ਨਾਲ ਗੱਲ ਕਰਨ ਤੋਂ ਖਾਸਾ ਹੀ ਕਤਰਾਉਣ ਲੱਗ ਪਿਆ ਸਾਂ। ਮੈਨੂੰ ਆਪਣੇ ਆਪ ਨੂੰ ਲੱਗਦਾ ਸੀ ਕਿ ਮੈਨੂੰ ਬੋਲਣ ਵਿੱਚ ਕੁਝ ਥਥਲਾਹਟ ਹੁੰਦੀ ਸੀ। ਕਈ ਵਾਰ ਗੱਲ ਕਰਦਿਆਂ ਗੱਲ ਦਿਮਾਗ ਵਿੱਚ ਤਾਂ ਤੁਰੀ ਫਿਰਦੀ ਹੁੰਦੀ ਸੀ, ਪਰ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ ਹੁੰਦੀ। ਮੈਂ ਚਿੜਚਿੜੇਪਨ ਦਾ ਸ਼ਿਕਾਰ ਵੀ ਹੋ ਗਿਆ ਸਾਂ। ਜਦ ਕੋਈ ਮਾੜਚੂ ਜਿਹਾ ਵਿਦਿਆਰਥੀ ਮੇਰੇ ਕੋਲ ਕਿਸੇ ਤਕੜੇ ਵਿਦਿਆਰਥੀ ਦੁਆਰਾ ਉਸ ਦੀ ਕੀਤੀ ਗਈ ਕੁੱਟਮਾਰ ਜਾਂ ਫਿਰ ਧੱਕੇਸ਼ਾਹੀ ਦੀ ਸ਼ਿਕਾਇਤ ਲੈ ਕੇ ਆਉਂਦਾ ਤਾਂ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਜਾਂਦਾ ਸੀ ਕਿ ਮੈਂ ਤਕੜੇ ਵਿਦਿਆਰਥੀ ਦੀ ਚੰਗੀ ਝਾੜ ਝੰਬ ਕਰ ਦਿੰਦਾ ਸਾਂ ਅਤੇ ਕਈ ਵਾਰ ਤਾਂ ਖੜਕਾ ਵੀ ਦਿੰਦਾ ਸਾਂ ਅਤੇ ਉਸ ਨੂੰ ਨਾਨੀ ਯਾਦ ਆ ਜਾਂਦੀ ਸੀ। ਕਿਸੇ ਵਿਦਿਆਰਥੀ ਨੂੰ ਸਜ਼ਾ ਦੇਣ ਵੇਲੇ ਇਹ ਸ਼ਬਦ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦੇ ਸਨ, ਤਕੜਾ ਹੋ ਕੇ ਮਾੜੇ ਨਾਲ ਧੱਕਾ ਕਰਦਾ ਓਏ, ਤੈਨੂੰ ਮੈਂ ਦੱਸਦਾ ਪਤਾ। ਕਿਸ਼ਤ 65ਵੀਂ। ਇਹਨਾਂ ਦਿਨਾਂ ਵਿੱਚ ਹੀ ਦੋ ਹੋਰ ਘਟਨਾਵਾਂ ਵਾਪਰ ਗਈਆਂ। ਸਾਡੇ ਸਕੂਲ ਦੀਆਂ ਅਧਿਆਪਕਾਵਾਂ ਬੱਸ ਦੇ ਦੇਰੀ ਨਾਲ ਸਕੂਲ ਤੱਕ ਅੱਪੜਨ ਕਾਰਨ ਪਰੇਸ਼ਾਨ ਸਨ। ਅੱਕ ਕੇ ਉਹਨਾਂ ਨੇ ਭੁੰਡੀ ਵਾਲੇ ਗਰੀਬ ਜਿਹੇ ਡਰਾਈਵਰ ਨਾਲ ਮਹੀਨੇ ਦੀ ਪ੍ਰਤੀ ਸਵਾਰੀ ਪੱਕੀ ਗੱਲ ਕਰ ਲਈ। 2 ਦਿਨ ਤਾਂ ਉਸ ਭੁੰਡੀ ਵਿੱਚ ਉਹ ਬੜੇ ਆਰਾਮ ਨਾਲ ਆਈਆਂ ਅਤੇ ਸ਼ਾਮ ਨੂੰ ਵੇਲੇ ਸਿਰ ਘਰ ਵੀ ਪੁੱਜਦੀਆਂ ਰਹੀਆਂ। ਤੀਜੇ ਦਿਨ ਮਿੰਨੀ ਬੱਸ ਵਾਲਿਆਂ ਨੇ ਭੁੰਡੀ ਨੂੰ ਰਾਹ ਵਿੱਚ ਰੋਕ ਲਿਆ ਅਤੇ ਉਸ ਨੂੰ ਆਪਣੀ ਭੁੰਡੀ ਇਸ ਰੂਟ ਤੋਂ ਬੰਦ ਕਰਨ ਦੀ ਚੇਤਾਵਨੀ ਦੇ ਦਿੱਤੀ। ਇਹ ਕੋਈ ਸਰਕਾਰੀ ਅਥਾਰਟੀ ਥੋੜ੍ਹਾ ਜਿਹੜੇ ਭੁੰਡੀ ਨੂੰ ਹਟਾ ਦੇਣਗੇ। ਅਜਿਹੀਆਂ ਮਨੋ ਤਸੱਲੀ ਵਾਲੀਆਂ ਗੱਲਾਂ ਸੁਣ ਕੇ ਭੁੰਡੀ ਦਾ ਡਰਾਈਵਰ ਅਗਲੇ ਦਿਨ ਵੀ ਉਹਨਾਂ ਨੂੰ ਆਪਣੀ ਭੁੰਡੀ ਉੱਤੇ ਬਿਠਾ ਕੇ ਲੈ ਆਇਆ। ਸਾਡੇ ਸਕੂਲ ਪਹੁੰਚਦਿਆਂ ਨੂੰ ਸਕੂਲ ਦੇ ਮੁੱਖ ਦਰਵਾਜ਼ੇ 'ਤੇ ਕਾਫੀ ਰੌਲਾ ਪਿਆ ਹੋਇਆ ਸੀ। ਪਤਾ ਕਰਨ 'ਤੇ ਪਤਾ ਲੱਗਾ ਕਿ ਮਿੰਨੀ ਬੱਸ ਦੇ ਮਾਲਕ ਨੇ ਆਪਣੇ ਗੁੰਡੇ ਲੈ ਕੇ ਭੁੰਡੀ ਦੇ ਡਰਾਈਵਰ ਨੂੰ ਕੁੱਟਣ ਆ ਪਿਆ ਸੀ ਅਤੇ ਉਹ ਬਚਦਾ ਬਚਾਉਂਦਾ ਸਕੂਲ ਦੇ ਅੰਦਰ ਵੜ ਗਿਆ। ਮਿੰਨੀ ਬੱਸ ਦਾ ਮਾਲਕ ਅਤੇ ਉਸ ਦੇ ਗੁੰਡੇ ਸਕੂਲ ਦੇ ਅੰਦਰ ਆ ਕੇ ਉਸ ਦੀ ਸ਼ਰੇਆਮ ਕੁੱਟਮਾਰ ਕਰ ਗਏ ਸਨ। ਉਹ ਵਿਚਾਰਾ ਗਰੀਬ ਜਿਹਾ ਡਰਾਈਵਰ ਕੁੱਟ ਖਾ ਕੇ ਵੀ ਅਧਿਆਪਕਾਵਾਂ ਵੱਲ ਮਦਦ ਦੀ ਆਸ ਨਾਲ ਝਾਕ ਰਿਹਾ ਸੀ। ਹਰ ਕੋਈ ਆਪਣੀ ਸਮਝ ਮੁਤਾਬਕ ਕਾਨੂੰਨੀ ਕਦਮ ਚੁੱਕਣ ਲਈ ਆਖ ਰਿਹਾ ਸੀ। ਸ਼ਾਇਦ ਬੱਸ ਦੇ ਮਾਲਕ ਨੂੰ ਵੀ ਸਰਕਾਰੀ ਜਗ੍ਹਾ ਉੱਤੇ ਆ ਕੇ ਗੁੰਡਾਗਰਦੀ ਕਰਨ ਦੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ। ਉਸ ਨੇ ਪ੍ਰਿੰਸੀਪਲ ਨਾਲ ਫੋਨ 'ਤੇ ਗੱਲ ਕਰਕੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਸਮਾਂ ਮੰਗ ਲਿਆ। ਅੱਧੀ ਛੁੱਟੀ ਵੇਲੇ ਨੂੰ ਉਹ ਪਿੰਡ ਦੇ 2 ਪੰਚਾਇਤ ਮੈਂਬਰਾਂ ਅਤੇ
3-4 ਮੋਹਤਬਰ ਬੰਦਿਆਂ ਨੂੰ ਲੈ ਕੇ ਆ ਗਿਆ। ਇਸ ਮੀਟਿੰਗ ਵਿੱਚ ਘੈਂਸ-ਘੈਂਸ ਚੱਲਦੀ ਰਹੀ ਤੇ ਸਾਰੀ ਗੱਲਬਾਤ ਵਿੱਚ ਮਿੰਨੀ ਬੱਸ ਦਾ ਮਾਲਕ ਹੀ ਝੂਠਾ ਸਿੱਧ ਹੋ ਰਿਹਾ ਸੀ। ਸਾਰੇ ਉਸ ਦੀ ਗਲਤੀ ਕੱਢ ਰਹੇ ਸਨ, ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਹੋ ਰਿਹਾ। ਮੈਨੂੰ ਪਤਾ ਨਹੀਂ ਕੀ ਹੋ ਗਿਆ ਕਿ ਮੈਂ ਇੱਕਦਮ ਉਹਨਾਂ ਨੂੰ ਪੈ ਨਿਕਲਿਆ। ਤੁਹਾਡੀ ਕੀ ਹਸਤੀ ਆ ਕਿ ਤੁਸੀਂ ਭੁੰਡੀ ਨੂੰ ਬੰਦ ਕਰਵਾਓ? ਇਹ ਟਰਾਂਸਪੋਰਟ ਮਹਿਕਮਾ ਵੇਖੇ ਕਿ ਉਹਨੇ ਇਹ ਭੁੰਡੀ ਚੱਲਣ ਦੇਣੀ ਹੈ ਕਿ ਨਹੀਂ। ਗੁੰਡਾਗਰਦੀ ਕਰਦੇ ਹੋ ਗੁੰਡਿਓ, ਇਹ ਭੁੰਡੀ ਤਾਂ ਚੱਲੇਗੀ ਇੱਥੇ। ਮੈਂ ਲੋਹਾ ਲਾਖਾ ਹੁੰਦਿਆਂ ਉਹਨਾਂ ਦੀ ਗੁੰਡਾਗਰਦੀ ਨੂੰ ਲਲਕਾਰ ਦਿੱਤਾ ਸੀ। ਗੁੱਸੇ ਵਿੱਚ ਆਏ ਹੋਏ ਨੇ ਮੈਂ ਭੁੰਡੀ ਨੂੰ ਚਲਾਉਣ ਅਤੇ ਉਸ ਦੀ ਗੁੰਡਿਆਂ ਤੋਂ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਚੁੱਕ ਲਈ ਸੀ। ਇੱਕ ਮਾਸਟਰ ਦਾ ਅਣਕਿਆਸਿਆ ਰੂਪ ਵੇਖ ਕੇ ਮਿੰਨੀ ਬੱਸ ਦਾ ਮਾਲਕ ਵੀ ਆਪੇ ਤੋਂ ਬਾਹਰ ਹੋ ਗਿਆ ਤੇ ਉਹ ਮੈਨੂੰ ਸਕੂਲ ਤੋਂ ਬਾਹਰ ਆ ਕੇ ਵੇਖ ਲੈਣ ਦੀਆਂ ਧਮਕੀਆਂ ਦੇਣ ਲੱਗ ਪਿਆ। ਆ ਜਾ ਬਾਹਰ, ਹੁਣੇ ਚੱਲਦੇ ਆਂ। ਜੇ ਤੂੰ ਮੈਨੂੰ ਅਜੇ ਵੀ ਡਿਊਟੀ 'ਤੇ ਸਮਝਦਾ ਨਾ, 2 ਵਜੇ ਤੋਂ ਬਾਅਦ ਆ ਜੀ, ਜਦੋਂ ਮਰਜੀ, ਇਕੱਲਾ ਹੀ ਹੁੰਨਾ। ਮੈਂ ਵੀ ਅੱਗੋਂ ਉਸ ਨੂੰ ਲਲਕਾਰਿਆ ਸੀ। ਇਕੱਤਰਤਾ ਖਿੱਲਰ ਪੁੱਲਰ ਗਈ ਸੀ ਤੇ ਸਾਰੇ ਜਣੇ ਸਾਨੂੰ ਦੋਵਾਂ ਨੂੰ ਸਮਝਾਉਣ ਬੁਝਾਉਣ ਲੱਗ ਪਏ ਸਨ। ਕਿਸ਼ਤ 66ਵੀਂ। ਹਾਲਾਤ ਥੋੜ੍ਹੇ ਜਿਹੇ ਸ਼ਾਂਤ ਹੁੰਦਿਆਂ ਪ੍ਰਿੰਸੀਪਲ ਨੇ ਸਾਰਿਆਂ ਨੂੰ ਦੁਬਾਰਾ ਆਪਣੇ ਦਫ਼ਤਰ ਵਿੱਚ ਸੱਦ ਲਿਆ ਤੇ ਆਪਣਾ ਫੈਸਲਾ ਸੁਣਾ ਦਿੱਤਾ। ਮਾਹੌਲ ਨੂੰ ਸ਼ਾਂਤ ਰੱਖਣ ਲਈ ਜ਼ਰੂਰੀ ਹੈ ਕਿ ਇਹ ਭੁੰਡੀ ਨਾ ਚੱਲੇ ਤੇ ਸਭ ਕਰਮਚਾਰੀਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਇਸ ਭੁੰਡੀ ਦਾ ਉਪਯੋਗ ਨਾ ਕਰਨ। ਇਸ ਹੁਕਮ ਦੀ ਉਲੰਘਣਾ ਦਾ ਮਤਲਬ ਹੋਵੇਗਾ ਕਿ ਸਬੰਧਤ ਕਰਮਚਾਰੀ ਸਕੂਲ ਮੁਖੀ ਦੇ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹੈ, ਇਸ ਲਈ ਉਹ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ। ਇੱਕ ਤਰ੍ਹਾਂ ਨਾਲ ਇਹ ਉਸ ਦਾ ਅੰਤਮ ਫੈਸਲਾ ਸੀ। ਆਪਣੇ ਪ੍ਰਿੰਸੀਪਲ ਦਾ ਇਹ ਇੱਕ ਪਾਸੜ ਫੈਸਲਾ ਸੁਣ ਕੇ ਮੈਨੂੰ ਤਾਂ ਸੱਚੀ ਕੱਪਣੀ ਅੱਗ ਲੱਗ ਗਈ, ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਸਕੂਲ ਮੁਖੀ ਦੇ ਇਸ ਫੈਸਲੇ ਨਾਲ ਮੇਰੇ ਦਿਮਾਗ ਵਿੱਚ ਇੱਕ ਗੱਲ ਘੁੰਮਣ ਲੱਗ ਪਈ ਸੀ ਕਿ ਜੇਕਰ ਇਸੇ ਤਰ੍ਹਾਂ ਹੀ ਸ਼ਾਂਤੀ ਕਾਇਮ ਕਰਨ ਲਈ ਜੱਜ ਨੇ ਮੇਰੇ ਖਿਲਾਫ ਫੈਸਲਾ ਦੇ ਦਿੱਤਾ ਤਾਂ ਫਿਰ ਕੀ ਹੋਵੇਗਾ। ਮੈਂ ਇਸ ਘਟਨਾ ਨੂੰ ਆਪਣੇ ਨਾਲ ਜੋੜ ਕੇ ਵੇਖਣ ਲੱਗ ਪਿਆ ਸਾਂ। ਸਾਰੀਆਂ ਅਧਿਆਪਕਾਵਾਂ ਦੇ ਘਰਾਂ ਵਿੱਚ ਕਾਰਾਂ ਖੜ੍ਹੀਆਂ ਸਨ। ਅਸੀਂ ਉਹਨਾਂ ਨੂੰ ਜ਼ੋਰ ਪਾਇਆ ਕਿ ਉਹ ਵਾਰੀ ਸਿਰ ਆਪਣੀ ਆਪਣੀ ਗੱਡੀ ਲੈ ਆਇਆ ਕਰਨ। ਜੇ ਗੱਡੀ ਦਾ ਪ੍ਰਬੰਧ ਨਹੀਂ ਵੀ ਹੁੰਦਾ ਤਾਂ ਭਾਵੇਂ ਸਾਡੇ ਵਿੱਚੋਂ ਕਿਸੇ ਦੀ ਗੱਡੀ ਰੱਖ ਲੈਣ, ਪਰ ਉਸ ਬੱਸ ਉੱਤੇ ਕਦੇ ਨਾ ਚੜ੍ਹਨ। ਉਸ ਵਕਤ ਤਾਂ ਉਹ ਹਾਂਜੀ ਹੁੰਜੀ ਕਰਦੀਆਂ ਰਹੀਆਂ, ਪਰ ਅਗਲੇ ਦਿਨ ਸਾਨੂੰ ਪਤਾ ਲੱਗਾ ਕਿ ਸਿਰਫ 2 ਜਣੀਆਂ ਹੀ ਆਪਣੀ ਜ਼ੁਬਾਨ 'ਤੇ ਪੱਕੀਆਂ ਰਹੀਆਂ ਸਨ। ਉਹ ਭਾਵੇਂ ਸਾਡੇ ਵੱਲੋਂ ਪੇਸ਼ ਕੀਤੀਆਂ ਗੱਡੀਆਂ ਉੱਤੇ ਨਹੀਂ ਚੜ੍ਹੀਆਂ ਸਨ, ਪਰ ਉਹਨਾਂ ਨੇ ਮਿੰਨੀ ਬੱਸ ਬਿਲਕੁਲ ਹੀ ਠੁਕਰਾ ਦਿੱਤੀ ਸੀ। ਜਿਹੜੀਆਂ ਉਸ ਦਿਨ ਬੱਸ ਉੱਤੇ ਚੜ੍ਹ ਕੇ ਆਈਆਂ ਸਨ, ਉਹਨਾਂ ਨੂੰ ਸਭ ਨੇ ਇੰਨੇ ਤਿੱਖੇ ਸ਼ਬਦਾਂ ਵਿੱਚ ਨਿਹੋਰੇ ਮਾਰੇ ਕਿ ਉਹ ਇਸ ਗੱਲ ਨੂੰ ਕਦੇ ਵੀ ਨਹੀਂ ਭੁੱਲ ਸਕਣਗੀਆਂ। ਇਹ ਜੰਗ ਤਾਂ ਅਸੀਂ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਵਾਂਗ ਹਾਰ ਗਏ ਸਾਂ ਅਤੇ ਮੈਨੂੰ ਖਤਰਾ ਵੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਮਿੰਨੀ ਬੱਸ ਵਾਲੇ ਵੀ ਮੇਰੇ 'ਤੇ ਹਮਲਾ ਕਰ ਜਾਂ ਕਰਵਾ ਸਕਦੇ ਹਨ। ਕਿਸ਼ਤ 67ਵੀਂ। ਦੂਜੀ ਘਟਨਾ ਵੀ ਸਾਡੇ ਸਕੂਲ ਦੇ ਅੰਦਰ ਹੀ ਵਾਪਰੀ। ਅਸੀਂ ਸਕੂਲ ਦੀ ਚਾਰਦੀਵਾਰੀ ਅੰਦਰ ਅਤੇ ਖੇਡ ਦੇ ਮੈਦਾਨ ਦੇ ਆਲੇ ਦੁਆਲੇ ਸੈਂਕੜੇ ਹੀ ਦਰੱਖਤ ਲਾਏ ਹੋਏ ਸਨ। ਚਾਰਦੀਵਾਰੀ ਅੰਦਰਲੇ ਰੁੱਖ ਤਾਂ ਚੱਲ ਪਏ ਸਨ, ਪਰ ਬਾਹਰ ਵਾਲਿਆਂ ਨੂੰ ਪਸ਼ੂ ਚਰ ਜਾਂਦੇ ਸਨ। ਇੱਕ ਇੱਜੜ ਵਾਲੇ ਨੇ ਤਾਂ ਸਕੂਲ ਦੇ ਖੇਡ ਦੇ ਮੈਦਾਨ ਉੱਤੇ ਪੱਕਾ ਹੀ ਕਬਜ਼ਾ ਕਰ ਰੱਖਿਆ ਸੀ। ਅਸੀਂ ਉਸ ਨੂੰ ਕਈ ਸੁਨੇਹੇ ਭੇਜੇ ਕਿ ਉਹ ਆਪਣੀਆਂ ਭੇਡਾਂ ਬੱਕਰੀਆਂ ਨੂੰ ਖੇਡ ਦੇ ਮੈਦਾਨ ਵਿੱਚ ਨਾ ਲੈ ਕੇ ਆਇਆ ਕਰੇ, ਪਰ ਉਹ ਆਪਣੇ ਇਸ ਕੰਮ ਤੋਂ ਬਾਜ਼ ਨਾ ਆਇਆ ਅਤੇ ਹਰ ਰੋਜ਼ ਸਕੂਲ ਸਮੇਂ ਦੌਰਾਨ ਵੀ ਉੱਥੇ ਭੇਡਾਂ ਬੱਕਰੀਆਂ ਨੂੰ ਚਰਾਉਣ ਵਾਸਤੇ ਲੈ ਆਉਂਦਾ। ਇੱਕ ਦਿਨ ਅੱਕ ਕੇ ਪ੍ਰਿੰਸੀਪਲ ਨੇ ਸਕੂਲ ਵਿੱਚ ਵੜਦਿਆਂ ਸਕੂਲ ਲੱਗਣ ਤੋਂ ਪਹਿਲਾਂ ਆਏ ਵਿਦਿਆਰਥੀਆਂ ਨੂੰ ਬੁਲਾ ਕੇ ਭੇਡਾਂ ਤੇ ਬੱਕਰੀਆਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ। ਹੁਕਮ ਮਿਲਦੇ ਸਾਰ ਹੀ
ਸਾਰੇ ਜਣੇ ਭੇਡਾਂ ਬੱਕਰੀਆਂ ਵੱਲ ਭੱਜ ਪਏ ਤੇ ਸਕੂਲ ਪਹੁੰਚਿਆ ਹੋਇਆ ਸਟਾਫ ਵੀ ਉਹਨਾਂ ਦੇ ਮਗਰ ਹੋ ਤੁਰਿਆ। ਬੱਚਿਆਂ ਨੇ ਜਾਂਦਿਆਂ ਸਾਰ ਭੇਡਾਂ ਬੱਕਰੀਆਂ ਨੂੰ ਸ਼ਿਸ਼ਕਰਦਿਆਂ ਉਹਨਾਂ ਉੱਤੇ ਡਲੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ। ਆਜੜੀ ਨੇ ਆ ਵੇਖਿਆ ਨਾ ਤਾ ਇੱਕ ਬੱਚੇ ਨੂੰ ਛੱਲੀਆਂ ਵਾਂਗ ਭੰਨ ਸੁੱਟਿਆ। ਮੈਂ ਮੂਹਰੇ ਹੋ ਕੇ ਉਸ ਬੱਚੇ ਨੂੰ ਛੁਡਵਾਇਆ ਤੇ ਆਪ ਉਸ ਦੀ ਸੋਟੀ ਖੋਹ ਕੇ ਉਸ ਦੇ 5-7 ਜੜ ਦਿੱਤੀਆਂ ਅਤੇ ਫਿਰ ਸਾਰੀਆਂ ਭੇਡਾਂ ਬੱਕਰੀਆਂ ਨੂੰ ਸਕੂਲ ਦੀ ਹੱਦ ਤੋਂ ਬਾਹਰ ਭਜਾ ਦਿੱਤਾ। ਮਦਦ ਲਈ ਗਿਆ ਸਾਰਾ ਸਟਾਫ ਅਤੇ ਪ੍ਰਿੰਸੀਪਲ ਚੁੱਪਚਾਪ ਇਹ ਨਜ਼ਾਰਾ ਵੇਖਦੇ ਰਹੇ। ਕਿਸੇ ਨੇ ਵੀ ਮੇਰਾ ਸਾਥ ਨਾ ਦਿੱਤਾ, ਸਗੋਂ ਮੁੜਦਿਆਂ ਮਜ਼ਾਕੀਆ ਲਹਿਜੇ ਵਿੱਚ ਆਖ ਰਹੇ ਸੀ, ਉਹ ਪੁਲਸੀਆਂ ਦਾ ਗੁੱਸਾ ਬੱਕਰੀਆਂ ਵਾਲੇ ਤੇ ਲਾਉਣ ਲੱਗ ਪਿਆ। ਡਿੱਗੀ ਖੋਤੀ ਤੋਂ ਤੇ ਗੁੱਸਾ ਘੁਮਿਆਰ ਤੇ, ਬੱਲਿਓ ਤੇਰੇ ਵੱਡਿਆ ਯੋਧਿਆ। ਭਾਵੇਂ ਕਿ ਉਸ ਦਿਨ ਤੋਂ ਬਾਅਦ ਅੱਜ ਤੱਕ ਬੱਕਰੀਆਂ ਸਾਡੇ ਸਕੂਲ ਦੀ ਹੱਦ ਨਹੀਂ ਟੱਪੀਆਂ, ਪਰ ਮੈਨੂੰ ਮੇਰੇ ਸਾਥੀਆਂ ਦੇ ਇਹ ਬੋਲ, ਪੁਲਿਸ ਵਾਲਿਆਂ ਦਾ ਗੁੱਸਾ ਬੱਕਰੀਆਂ ਵਾਲੇ ਤੇ ਲਾਉਣ ਲੱਗ ਪਿਆ, ਬੜੇ ਰੜਕਦੇ ਰਹਿੰਦੇ। ਇਹਨਾਂ ਮਾੜੇ ਦਿਨਾਂ ਵਿੱਚ ਵਾਪਰੀਆਂ ਇਹ ਦੋਵੇਂ ਘਟਨਾਵਾਂ ਮੈਨੂੰ ਹਮੇਸ਼ਾ ਯਾਦ ਰਹਿੰਦੀਆਂ। ਇੱਥੇ ਸੱਚ ਦਾ ਸਾਥ ਦੇਣ ਦਾ ਮਤਲਬ ਇਹੀ ਨਿਕਲਦਾ ਸੀ ਕਿ ਆਪਣੇ ਆਪ ਨੂੰ ਬੁੱਧੂ ਬਣਾ ਲੈਣਾ ਅਤੇ ਸੱਚ ਖਾਤਰ ਲੜ ਕੇ ਇਕੱਲੇ ਰਹਿ ਜਾਣਾ। ਹੁਣ ਸਟਾਫ ਵਿੱਚ ਇਹ ਚਰਚਾ ਵੀ ਹੋਣ ਲੱਗ ਪਈ ਸੀ ਕਿ ਇੱਕ ਨੇ ਤਾਂ ਮਨੋਵਿਗਿਆਨ ਝਾੜਦਿਆਂ ਹੋਇਆਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ, ਜਦ ਵੱਡੇ ਬੰਦਿਆਂ ਤੋਂ ਇਨਸਾਫ ਨਹੀਂ ਮਿਲਿਆ ਤਾਂ ਇਨਸਾਫ ਲੈਣ ਲਈ ਛੋਟਿਆਂ 'ਤੇ ਦਬਾਅ ਪਾ ਰਿਹਾ। ਉਹਨਾਂ ਵਿੱਚੋਂ ਇੱਕ ਹੋਰ ਬੋਲਿਆ ਸੀ, ਓਏ ਅੱਧਾ ਪਾਗਲ ਤਾਂ ਇਹ ਹੋ ਗਿਆ, ਕੁਝ ਦਿਨ ਹੋਰ ਠਹਿਰ ਜੋ, ਅੰਮ੍ਰਿਤਸਰ ਚੱਲਾਂਗੇ, ਨਾਲੇ ਇਹਨੂੰ ਦਾਖਲ ਕਰਵਾ ਆਵਾਂਗੇ, ਨਾਲੇ ਹਰਿਮੰਦਰ ਸਾਹਿਬ ਮੱਥਾ ਟੇਕ ਆਵਾਂਗੇ, ਨਾਲੇ ਪੁੰਨ ਨਾਲੇ ਫਲੀਆਂ, ਪਿਕਨਿਕ ਵੱਖਰੀ। ਇਹ ਗੱਲਾਂ ਮੇਰੇ ਕੋਲ ਵੀ ਪੁੱਜ ਰਹੀਆਂ ਸਨ। ਮੇਰੇ ਮਨ ਵਿੱਚ ਆਉਂਦਾ ਕਿ ਇਹਨਾਂ ਨੇ ਮਜ਼ਾਕ ਤਾਂ ਉਡਾਉਣੇ ਹੀ ਹੈ। ਜਦ ਤੂੰ ਸੌਖੇ ਹਾਲਾਤਾਂ ਵਿੱਚ ਸੀ, ਤੂੰ ਆਪ ਕਿਹੜਾ ਕਿਸੇ ਨਾਲ ਘੱਟ ਗੁਜ਼ਾਰੀ ਸੀ। ਅਗਲਿਆਂ ਨੇ ਹੁਣ ਜ਼ਖਮਾਂ 'ਤੇ ਲੂਣ ਨਹੀਂ ਮਿਰਚਾਂ ਵੀ ਭੁੱਕਣੀਆਂ ਹੀ ਹਨ। ਭੁਗਤ ਜਿਹੋ ਜਿਹੀਆਂ ਰੀਤਾਂ ਪਾ ਦਿੱਤੀਆਂ ਉਹੀ ਚੱਲੀਆਂ ਆਉਂਦੀਆਂ ਨੇ। ਕਿਸ਼ਤ 68ਵੀਂ। ਜਿਸ ਤਾਰੀਖ ਨੂੰ ਜੱਜ ਦੇ ਨੋਟਿਸ ਦਾ ਜਵਾਬ ਦੇਣ ਲਈ ਆਖਿਆ ਗਿਆ ਸੀ, ਮੈਂ ਆਪਣਾ ਜਵਾਬ ਪੇਸ਼ ਕਰਨ ਲਈ ਆਪਣੇ ਵਕੀਲ ਦੇ ਨਾਲ ਜਾ ਕੇ ਜੱਜ ਦੀ ਕਚਹਿਰੀ ਹਾਜ਼ਰ ਹੋ ਗਿਆ। ਕਿਸੇ ਹੋਰ ਮੁਕੱਦਮੇ ਦੀ ਬਹਿਸ ਚੱਲ ਰਹੀ ਸੀ ਤੇ ਅਸੀਂ ਕੁਰਸੀਆਂ ਉੱਤੇ ਜਾ ਬੈਠੇ। ਜੱਜ ਇੱਕ ਲਵੀ ਜਿਹੀ ਕੁਆਰੀ ਕੁੜੀ ਸੀ, ਉਮਰ ਵਿੱਚ ਮੇਰੇ ਤੋਂ 6-7 ਸਾਲ ਹੀ ਛੋਟੀ ਹੋਵੇਗੀ। ਮੈਨੂੰ ਆਪਣੇ ਆਪ 'ਤੇ ਪਹਿਲੀ ਵਾਰ ਗਿਲਾਨੀ ਆਈ ਕਿ ਮੈਂ ਅਜਿਹੀ ਕੋਈ ਪ੍ਰਾਪਤੀ ਕਿਉਂ ਨਹੀਂ ਕਰ ਸਕਿਆ ਕਿ ਮੇਰੇ ਤੋਂ ਵੱਡੀ ਉਮਰ ਦੇ ਬੰਦੇ ਵੀ ਮੇਰੇ ਕੋਲੋਂ ਇਨਸਾਫ ਦੀ ਉਮੀਦ ਰੱਖਦੇ ਹੋਣ। ਉਸ ਨੂੰ ਵੇਖ ਕੇ ਇੱਕ ਵਾਰ ਆਪਣੀ 3 ਜਮਾਤ ਵਿੱਚ ਪੜ੍ਹਦੀ ਬੇਟੀ ਯਾਦ ਆਈ ਕਿ ਕੀ ਉਹ ਵੀ ਇਸ ਤਰ੍ਹਾਂ ਦੀ ਵਕਾਰੀ ਸੀਟ ਉੱਤੇ ਪੁੱਜ ਸਕਦੀ ਹੈ। ਉੱਥੇ ਬੈਠਿਆਂ ਹੀ ਮੈਂ ਮਨ ਹੀ ਮਨ ਵਿੱਚ ਆਪਣੀਆਂ ਬੇਟੀਆਂ ਨੂੰ ਉੱਚ ਵਿੱਦਿਆ ਦਿਵਾਉਣ ਦਾ ਨਿਸ਼ਚਾ ਪਹਿਲਾਂ ਨਾਲੋਂ ਵੀ ਪੱਕਾ ਕਰ ਲਿਆ ਸੀ। ਸਾਡੀ ਵਾਰੀ ਆਉਣ 'ਤੇ ਜੱਜ ਨੇ ਮੁਕੱਦਮੇ ਬਾਰੇ ਕੁਝ ਜਾਣਕਾਰੀ ਹਾਸਲ ਕਰਨੀ ਚਾਹੀ। ਫਾਈਲ 'ਤੇ ਸਰਸਰੀ ਜਿਹੀ ਨਿਗਾਹ ਮਾਰਦੀ ਹੋਈ ਬੋਲੀ, ਕ੍ਰਿਸ਼ਨ ਪ੍ਰਤਾਪ ਕੌਣ ਹੈ? ਮੈਂ ਆ ਜੀ, ਮੈਂ ਉੱਤਰ ਦਿੱਤਾ ਸੀ। ਜੱਜ ਨੇ ਬੜੇ ਹੀ ਪਿਆਰ ਨਾਲ ਪੁੱਛਿਆ, ਤੁਹਾਡਾ ਕੀ ਰੌਲਾ ਹੈ? ਮੇਰੇ ਬੋਲਣ ਤੋਂ ਪਹਿਲਾਂ ਹੀ ਵਕੀਲ ਬੋਲ ਪਿਆ, ਕੋਈ ਰੌਲਾ ਨਹੀਂ ਸਰ, ਆਹ ਹੈ ਸਾਡੀ ਰਜਿਸਟਰੀ ਤੇ ਆਹ ਹੈ ਇੰਤਕਾਲ ਦੀ ਕਾਪੀ। ਜਗ੍ਹਾ ਸਰਕਾਰੀ ਰਿਕਾਰਡ ਮੁਤਾਬਕ ਮੇਰੇ ਮੁਵੱਕਲ ਦੀ ਹੈ। ਕਿਰਪਾ ਕਰਕੇ ਇਸ ਨੂੰ ਚੈੱਕ ਕਰ ਲਵੋ। ਇਹ ਮੁਕੱਦਮਾ ਬੇਬੁਨਿਆਦ ਹੈ ਤੇ ਇਸ ਨੂੰ ਖਾਰਜ ਕਰ ਦਿਓ ਪਲੀਜ਼। ਜੱਜ ਨੇ ਪੁੱਛਿਆ, ਇਹ ਦੋਵੇਂ ਗੁਆਂਢੀ ਨੇ? ਨਹੀਂ ਸਰ, ਗੁਰਨੇਕ ਸਿੰਘ ਦਾ ਘਰ ਤਾਂ ਬਹੁਤ ਦੂਰ ਹੈ। ਵਕੀਲ ਨੇ ਆਪਣੀ ਫਾਈਲ ਖੋਲ੍ਹੀ ਅਤੇ ਨਕਸ਼ੇ ਉੱਤੇ ਹੱਥ ਰੱਖ ਕੇ ਜੱਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਰ, ਇਹ ਹੈ ਗੁਰਨੇਕ ਸਿੰਘ ਦਾ ਘਰ ਤੇ ਆਹ ਹੈ ਸਾਡਾ। ਇਹ ਤਾਂ ਸ਼ਰਾਰਤ ਨਾਲ ਦਰਜ ਕਰਵਾਇਆ ਹੋਇਆ ਮੁਕੱਦਮਾ ਹੈ ਤਾਂ ਕਿ ਸਾਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਸਕੇ।
ਵਕੀਲ ਨੇ ਨਕਸ਼ੇ ਉੱਤੇ ਉਂਗਲ ਨਾਲ ਇਸ਼ਾਰਾ ਕਰਦਿਆਂ ਤਰਦੀ ਤਰਦੀ ਜਾਣਕਾਰੀ ਦਿੱਤੀ ਸੀ। ਮੈਂ ਸਭ ਕੁਝ ਉਸੇ ਵਕਤ ਹੀ ਦੱਸਣ ਲਈ ਲੂਰੀਆਂ ਲੈ ਰਿਹਾ ਸਾਂ, ਪਰ ਵਕੀਲ ਨੇ ਮੇਰਾ ਹੱਥ ਘੁੱਟ ਦਿੱਤਾ, ਜਿਸ ਦਾ ਮਤਲਬ ਸੀ ਕਿ ਮੈਨੂੰ ਗੱਲ ਕਰ ਲੈਣ ਦੇ, ਤੂੰ ਨਾ ਬੋਲ। ਮੈਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ। ਜੱਜ ਨੇ ਅਗਲੀ ਤਾਰੀਖ ਦੇ ਦਿੱਤੀ ਸੀ। ਕਿਸ਼ਤ 69ਵੀਂ। ਬਾਹਰ ਆ ਕੇ ਮੈਂ ਵਕੀਲ ਨੂੰ ਆਖਿਆ, ਤੁਸੀਂ ਜੱਜ ਨੂੰ ਇਹ ਕਿਉਂ ਨਹੀਂ ਦੱਸਿਆ ਕਿ ਗੁਰਨੇਕ ਨੇ ਗਲੀ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ? ਉਸ ਦਾ ਮਕਾਨ ਕਾਨੂੰਨਨ ਤੌਰ 'ਤੇ ਢਹਿਣ ਹੀ ਵਾਲਾ ਹੈ। ਇਸੇ ਕਰਕੇ ਉਸਨੇ ਝੂਠਾ ਮੁਕੱਦਮਾ ਦਰਜ ਕਰਵਾਇਆ। ਪੁਲਿਸ ਦੇ ਦਖਲਅੰਦਾਜ਼ੀ ਤੇ ਧੱਕੇ ਦਾ ਤਾਂ ਤੁਸੀਂ ਨਾਮ ਵੀ ਨਹੀਂ ਲਿਆ। ਓਏ ਭੋਲਿਆ, ਇਹ ਅਦਾਲਤ ਹੈ। ਇੱਥੇ ਉਹੀ ਗੱਲ ਹੁੰਦੀ ਹੈ ਜਿਸ ਦਾ ਜ਼ਿਕਰ ਕੇਸ ਵਿੱਚ ਹੋਵੇ। ਜੇ ਤੂੰ ਗੁਰਨੇਕ ਦੀ ਜਗ੍ਹਾ ਦੀ ਗੱਲ ਕਰਨੀ ਹੈ ਤਾਂ ਤੈਨੂੰ ਵੱਖਰਾ ਕੇਸ ਕਰਨਾ ਪੈਣਾ ਹੈ, ਅਤੇ ਜੇ ਤੂੰ ਪੁਲਿਸ ਦੇ ਧੱਕੇ ਵਾਲੀ ਗੱਲ ਕਰਨੀ ਆ ਤਾਂ ਵੀ ਤੈਨੂੰ ਅਦਾਲਤ ਵਿੱਚ ਵੱਖਰਾ ਕੇਸ ਦਰਜ ਕਰਵਾਉਣਾ ਪੈਣਾ ਹੈ। ਜਦ ਇਹ ਗੱਲਾਂ ਆਪਣੇ ਕੇਸ ਨਾਲ ਸੰਬੰਧਿਤ ਹੀ ਨਹੀਂ ਤਾਂ ਤੂੰ ਦੱਸ ਮੈਂ ਇਹ ਗੱਲਾਂ ਕਿਵੇਂ ਕਰ ਸਕਦਾ ਸੀ? ਚੱਲ ਤੇਰੇ ਕਹਿਣ ਅਨੁਸਾਰ ਕਰ ਵੀ ਦਿੰਦਾ ਤਾਂ ਜੱਜ ਨੇ ਸੋਚਣਾ ਸੀ ਇਹ ਕਿਹੋ ਜਿਹਾ ਵਕੀਲ ਹੈ ਜਿਸ ਨੂੰ ਆਪਣੇ ਕੇਸ ਦੀ ਮੁੱਢਲੀ ਜਾਣਕਾਰੀ ਵੀ ਨਹੀਂ ਦੇਣੀ ਆਉਂਦੀ। ਉਸ ਨੇ ਮੈਨੂੰ ਕਾਨੂੰਨੀ ਤੌਰ 'ਤੇ ਅਨਪੜ੍ਹ ਜਿਹਾ ਵਕੀਲ ਸਮਝ ਲੈਣਾ ਸੀ। ਸਾਡਾ ਤਾਂ ਰੋਜ਼ ਦਾ ਕੰਮ ਆ ਪੁੱਤਰਾ। ਜੇ ਮੈਂ ਮਾੜੀ ਜਿਹੀ ਗੱਲ ਵੀ ਕੇਸ ਤੋਂ ਪਾਸੇ ਦੀ ਕਰ ਦਿੰਦਾ ਤਾਂ ਜੱਜ ਨੇ ਉਦੋਂ ਹੀ ਸਟੇ ਕਰ ਦੇਣਾ ਸੀ ਕਿ ਵਕੀਲ ਅਣਜਾਣ ਹੈ, ਇਸ ਨੂੰ ਕੀ ਪਤਾ ਕਾਨੂੰਨ ਦਾ। ਉਸ ਨੇ ਆਪਣੇ ਵੱਲੋਂ ਪੂਰਾ ਸਪਸ਼ਟੀਕਰਨ ਦਿੱਤਾ ਸੀ। ਸਰ, ਆਪਣੇ ਬੰਦੇ ਗੱਲਾਂ ਤਾਂ ਨਿਜ਼ਾਮ ਨੂੰ ਬਦਲਣੀਆਂ ਕਰਦੇ ਨੇ। ਤੁਸੀਂ ਵੀ ਕਰਦੇ ਹੋ, ਮੈਂ ਵੀ ਕਰਦਾ, ਆਪਣੀ ਸੋਚ ਵਾਲੇ ਸਾਰੇ ਹੀ ਕਰਦੇ ਨੇ। ਜਦ ਜੱਜਾਂ ਨੂੰ ਪੂਰੀ ਸੱਚਾਈ ਨਹੀਂ ਪਤਾ ਲੱਗੇਗੀ ਤਾਂ ਉਹ ਇਨਸਾਫ ਕੀ ਸਵਾਹ ਕਰਨਗੇ? ਤੁਸੀਂ ਕਾਮਰੇਡ ਹੋ, ਤੁਹਾਨੂੰ ਤਾਂ ਜ਼ੋਰ ਸ਼ੋਰ ਨਾਲ ਇਸ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਸੀ। ਚਲੋ ਭਾਵੇਂ ਕੇਸ ਸਟੇ ਹੋ ਜਾਂਦਾ, ਪਰ ਜੱਜ ਨੂੰ ਅਸਲੀਅਤ ਤਾਂ ਪਤਾ ਲੱਗਣੀ ਚਾਹੀਦੀ ਸੀ। ਮੈਂ ਆਪਣੇ ਵਕੀਲ ਦੀ ਪਹਿਲੀ ਪੇਸ਼ੀ 'ਤੇ ਉਸ ਦੁਆਰਾ ਪੂਰੀ ਸੱਚਾਈ ਬਿਆਨ ਨਾ ਕਰ ਸਕਣ 'ਤੇ ਅੰਦਰੋਂ ਅੰਦਰੀ ਦੁਖੀ ਹੋਇਆ ਗੁੱਸੇ ਨਾਲ ਪਰ ਸਹਿਜਬਤੇ ਨਾਲ ਬੋਲਿਆ ਸੀ, ਓਏ ਇਹ ਕਾਨੂੰਨੀ ਗੱਲਾਂ ਨੇ ਪੁੱਤਰਾ, ਸਮਝੇਗਾ ਹੌਲੀ ਹੌਲੀ। ਬਾਹਰ ਮੈਂ ਪੱਕਾ ਕਾਮਰੇਡ ਹਾਂ, ਲੋਕ ਵੀ ਮੈਨੂੰ ਪੱਕਾ ਕਾਮਰੇਡ ਹੀ ਸਮਝਦੇ ਨੇ, ਪਰ ਅਦਾਲਤ ਵਿੱਚ ਜਾ ਕੇ ਮੈਂ ਵਕੀਲ ਹੁੰਦਾ। ਭਾਵੁਕ ਹੋਇਆ ਹੋਇਆ ਮੈਂ ਤਾਂ ਸਾਰੀ ਸੱਚਾਈ ਬੋਲ ਦਿੰਦਾ ਕਿਉਂਕਿ ਮੈਂ ਕਾਮਰੇਡ ਹਾਂ, ਪਰ ਜੱਜ ਤਾਂ ਨਹੀਂ ਕਾਮਰੇਡ। ਉਹਨਾਂ ਨੇ ਤਾਂ ਕਾਨੂੰਨ ਮੁਤਾਬਕ ਹੀ ਗੱਲ ਕਰਨੀ ਹੁੰਦੀ ਹੈ। ਇਸ ਲਈ ਸਾਨੂੰ ਇੱਥੇ ਆ ਕੇ ਕਾਨੂੰਨ ਮੁਤਾਬਕ ਹੀ ਗੱਲ ਕਰਨੀ ਪੈਂਦੀ ਆ ਵਕੀਲ ਬਣ ਕੇ। ਮੇਰੇ ਬਰਾਬਰ ਤੁਰਿਆ ਜਾਂਦਾ ਵਕੀਲ ਮੈਨੂੰ ਸਮਝਾ ਰਿਹਾ ਸੀ। ਕਿਸ਼ਤ 70ਵੀਂ। ਮੈਂ ਵਕੀਲ ਨੂੰ ਮਿੱਠੀ ਜਿਹੀ ਟਕੋਰ ਕੀਤੀ। ਅਦਾਲਤ ਅੱਗੇ ਸੱਚਾਈ ਬੋਲਣ ਲੱਗੇ ਜੇਕਰ ਕਾਮਰੇਡ ਵੀ ਘਬਰਾਈ ਜਾਂਦੇ ਆ ਤਾਂ ਨਿਜ਼ਾਮ ਕੀ ਸਵਾਹ ਬਦਲਣਾ? ਉਹ ਬੋਲਿਆ, ਇੱਕ ਜਣਾ ਇਕੱਲਾ ਸੱਚਾਈ ਦੱਸ ਦੇਵੇਗਾ, ਜੱਜ ਕਾਨੂੰਨ ਦੇ ਮੁਤਾਬਕ ਫੈਸਲਾ ਕਰ ਦੇਵੇਗਾ, ਪੱਕਾ ਕਰੇਗਾ ਵੀ ਸੱਚ ਦੇ ਉਲਟ। ਦੱਸ ਇਹੋ ਜਿਹੇ ਥਾਂ 'ਤੇ ਸੱਚ ਬੋਲਿਆ ਕੀ ਕਰੇਗਾ? ਮੈਂ ਆਪਣੇ ਵਕੀਲ 'ਤੇ ਖਿੱਝਦੇ ਹੋਏ ਨੇ ਆਪਣੀ ਦਲੀਲ ਦਿੱਤੀ, ਕੁਝ ਵੀ ਹੋ ਜੇ ਸਰ, ਵਕੀਲ ਨੂੰ ਅਦਾਲਤ ਵਿੱਚ ਪੂਰੀ ਸੱਚਾਈ ਪੇਸ਼ ਕਰਨੀ ਚਾਹੀਦੀ ਹੈ, ਭਾਵੇਂ ਫਾਂਸੀ ਹੋ ਜੇ। ਇੰਝ ਕਿੰਨਾ ਕੁ ਚਿਰ ਜੱਜ ਝੂਠੇ ਫੈਸਲੇ ਦਿੰਦੇ ਰਹਿਣਗੇ? ਉਹ ਵੀ ਤਾਂ ਇਨਸਾਨ ਹੀ ਨੇ। ਕਾਨੂੰਨ ਇਨਸਾਨਾਂ ਲਈ ਬਣਾਇਆ ਗਿਆ ਕਿ ਇਨਸਾਨ ਕਾਨੂੰਨਾਂ ਲਈ? ਮੇਰੀ ਇਸ ਦਲੀਲ ਤੋਂ ਉਹ ਇੰਨਾ ਖਿੱਝ ਗਿਆ ਤੇ ਗੁੱਸੇ ਨਾਲ ਬੋਲਿਆ, ਭਰਾਵਾ ਇਹਨਾਂ ਅਦਾਲਤਾਂ ਵਿੱਚ ਤਾਂ ਹਰ ਵਕੀਲ ਨੂੰ ਇੰਝ ਹੀ ਬੋਲਣਾ ਪੈਣਾ। ਆਏ ਮੈਂ ਇਕੱਲਾ ਕਿਵੇਂ ਸਟੈਂਡ ਲੈ ਕੇ ਆਪਦੇ ਮੁਵੱਕਲ ਦਾ ਢੂਆ ਕਟਵਾ ਦਿਆਂ ਕਿ ਮੈਂ ਕਾਮਰੇਡ ਵਕੀਲ ਹਾਂ? ਅਜੇ ਤਾਂ ਕੇਸ ਦਰਜ ਹੀ ਹੋਇਆ। ਜੇ ਤੈਨੂੰ ਇਹ ਲੱਗਦਾ ਕਿ ਮੈਂ ਸਹੀ ਢੰਗ ਨਾਲ ਪੱਖ ਆਪਣਾ ਪੇਸ਼ ਨਹੀਂ ਕੀਤਾ ਤਾਂ ਤੂੰ ਕੋਈ ਹੋਰ ਵਕੀਲ ਕਰ ਲੈ। ਉਸ ਨੇ ਮੇਰੇ ਕੇਸ ਵਾਲਾ ਲਿਫਾਫਾ ਮੇਰੇ ਹੱਥਾਂ ਵਿੱਚ ਦੇ ਦਿੱਤਾ ਸੀ। ਵਕੀਲ ਦੇ ਇਸ ਵਰਤਾਰੇ ਤੋਂ ਮੈਂ ਤ੍ਰਭਕ ਗਿਆ ਸਾਂ ਤੇ ਆਪਣੀ ਕੀਤੀ ਇਸ ਬੇਬਾਕ
ਤੇ ਦਲੇਰਾਨਾ ਗਲਤੀ ਦੀ ਮਾਫ਼ੀ ਮੰਗ ਕੇ ਉਸ ਤੋਂ ਆਪਣਾ ਖਹਿੜਾ ਛੁਡਵਾ ਆਇਆ ਸਾਂ। ਮੈਨੂੰ ਲੱਗਾ ਕਿ ਮੈਂ ਤਾਂ ਪਹਿਲੀ ਵਾਰ ਅਦਾਲਤ ਦਾ ਮੂੰਹ ਵੇਖਿਆ ਹੈ ਤੇ ਇਸ ਦਾ ਤਾਂ ਰੋਜ਼ ਦਾ ਕੰਮ ਹੈ। ਇਸ ਨੂੰ ਜ਼ਿਆਦਾ ਪਤਾ ਹੋਵੇਗਾ। ਇਸ ਲਈ ਮੇਰਾ ਇਸ ਨਾਲ ਇਸ ਵਿਸ਼ੇ 'ਤੇ ਬਹਿਸਬਾਜ਼ੀ ਕਰਨਾ ਬੇਕਾਰ ਹੈ। ਉਂਝ ਵੀ ਆਖਦੇ ਨੇ ਕਿ ਵਕੀਲ, ਵੈਦ ਤੇ ਰਸੋਈਏ ਨਾਲ ਕਦੇ ਵੀ ਵਿਗਾੜਨੀ ਨਹੀਂ ਚਾਹੀਦੀ। ਜੇ ਇਹਨਾਂ ਦੀ ਨਿੱਜੀ ਦੁਸ਼ਮਣੀ ਨਾ ਹੋਵੇ ਤਾਂ ਇਹ ਆਪਣੇ ਮੁਵੱਕਲ, ਰੋਗੀ ਅਤੇ ਮਾਲਕ ਦਾ ਕੁਝ ਵੀ ਨਹੀਂ ਵਿਗਾੜਦੇ, ਸਗੋਂ ਫਾਇਦਾ ਹੀ ਕਰਦੇ ਹੁੰਦੇ ਨੇ। ਇਹ ਵਕੀਲ ਤਾਂ ਸਾਡੇ ਲਈ ਜਾਨ ਤੱਕ ਵਾਰਨ ਲਈ ਤਿਆਰ ਸੀ। ਇਸ ਲਈ ਇਸ ਨੇ ਮੇਰੇ ਵਾਸਤੇ ਕੋਈ ਭਲਾਈ ਦੀ ਗੱਲ ਹੀ ਸੋਚੀ ਹੋਵੇਗੀ। ਇਹ ਸਭ ਸੋਚ ਕੇ ਮੈਂ ਚੁੱਪ ਹੋ ਗਿਆ ਸਾਂ।